ਦੋਸਤੋ, ਮੈਂ ਗੁਰਭਜਨ ਸਿੰਘ ਗਿੱਲ ਬੋਲਦਾ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਔਰ ਸਾਬਕਾ ਅਧਿਆਪਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਕਰੋਨਾ ਵਾਇਰਸ ਕਰਕੇ ਸਾਡੇ ਸਾਰਿਆਂ ਦੇ ਮਨਾਂ ਵਿੱਚ ਅਜੀਬ ਕਿਸਮ ਦੀ ਦਹਿਸ਼ਤ ਹੈ ਔਰ ਇਸ ਵਾਇਰਸ ਦੀ ਵਹਿਸ਼ਤ ਨੇ ਸਾਨੂੰ ਸਾਰਿਆਂ ਨੂੰ ਫਿਕਰਮੰਦੀ 'ਚ ਪਾਇਆ ਹੋਇਆ। ਸਰਕਾਰੀ ਨਿਜ਼ਾਮ ਦੀ ਇਹ ਹਦਾਇਤ ਹੈ ਕਿ ਆਪੋ ਆਪਣੇ ਘਰਾਂ ਦੇ ਵਿੱਚ ਰਹੋ। ਸਮਾਜਿਕ ਤੌਰ ਦੇ ਉੱਤੇ ਵਿਚਰਨ ਦੀ ਜਿਹੜੀ ਇੱਕ ਆਦਤ ਸਾਨੂੰ ਬਣੀ ਹੋਈ ਹੈ ਉਹਨੂੰ ਘਟਾਓ, ਰਾਦਰ ਨਾ ਹੀ ਕੁਛ ਦਿਨ ਇੱਕ ਦੂਸਰੇ ਮਿਲੋ ਗਿਲੋ ਤਾਂ ਜ਼ਿਆਦਾ ਚੰਗਾ ਹੈ। ਇਸ ਦੁੱਖ ਦੀ ਘੜੀ, ਸੰਤਾਪ ਦੀ ਘੜੀ ਸਾਨੂੰ ਸਾਰਿਆਂ ਨੂੰ ਸੋਚਣਾ ਹੀ ਬਣਦਾ ਹੈ ਕਿ ਜੇ ਤੇ ਸਾਡੇ ਕੋਲ ਆਰਥਿਕ ਸਾਧਨ ਹੈਗੇ ਨੇ ਤਾਂ ਮੁਸੀਬਤਾਂ ਸਾਡੇ ਲਈ ਉਨੀਆਂ ਘੱਟ ਨੇ, ਪਰ ਜਿਨ੍ਹਾਂ ਲੋਕਾਂ ਦੇ ਕੋਲ ਦਿਹਾੜੀ ਟੁੱਟਣ ਕਰਕੇ, ਰੁਜ਼ਗਾਰ ਨਾ ਹੋਣ ਕਰਕੇ, ਕੰਮਾਂ ਕਾਰਾਂ ਦੀ ਪ੍ਰਾਪਤੀ ਨਾ ਹੋਣ ਕਰਕੇ ਸੰਕਟ ਹੈ, ਉਹ ਨਿਵਾਰਨ ਵਾਸਤੇ ਵੀ ਅਸੀਂ ਅੱਗੇ ਤੁਰੀਏ। ਫਿਕਰ ਨਹੀਂ ਕਰਨਾ, ਟੈਨਸ਼ਨ ਤਣਾਅ ਤੋਂ ਮੁਕਤ ਹੋਣਾ, ਕਿਉਂਕਿ ਜੇਕਰ ਤੁਸੀਂ ਆਪ ਤਣਾਅ 'ਚ ਪੈ ਗਏ ਤਾਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਘਟੇਗੀ। ਉਸ ਤੋਂ ਤਾਂ ਬਚ ਸਕਦੇ ਹੋ ਜੇਕਰ ਤੁਸੀਂ ਆਪਣੇ ਆਪ ਨੂੰ ਸਲਾਮਤ ਰੱਖਦੇ ਹੋ ਮਾਨਸਿਕ ਪੱਖੋਂ। ਅਸੀਂ ਸਾਰੇ ਰਲ ਕੇ ਇਸ ਸੰਕਟ ਤੋਂ ਨਿਕਲਣਾ। ਇਹ ਗੱਲ ਵੱਖਰੀ ਹੈ ਕਿ ਸਰੀਰਕ ਰੂਪ 'ਚ ਆਪਾਂ ਮਿਲੀਏ ਨਾ ਮਿਲੀਏ, ਪਰ ਸਾਡੇ ਦਰਦ ਸਾਂਝੇ ਨੇ, ਦੁੱਖ ਸਾਂਝੇ ਨੇ, ਮੁਲਕ ਸਾਡਾ ਸਾਂਝਾ। ਇਸ ਦੇ ਸੰਚਾਰ ਮਾਧਿਅਮ ਖਾਸ ਕਰਕੇ ਆਕਾਸ਼ਵਾਣੀ ਔਰ ਦੂਰਦਰਸ਼ਨ ਸਾਨੂੰ ਬੜੀ ਅਥੈਂਟਿਕ ਜਾਣਕਾਰੀ ਦੇ ਰਿਹਾ ਹੈ। ਉਸ ਨੂੰ ਸਮਝੀਏ, ਵਰਤੀਏ, ਅਫਵਾਹਾਂ ਤੋਂ ਮੁਕਤ ਰਹੀਏ ਔਰ ਮਨਚਿੱਤ ਦੇ ਵਿੱਚ ਇਸ ਕਿਸਮ ਦਾ ਸਾਨੂੰ ਇੱਕ ਭੈ ਬਣਿਆ ਹੋਇਆ, ਉਸ ਭੈ ਤੋਂ ਮੁਕਤੀ ਜ਼ਰੂਰੀ ਹੈ। ਅਖਬਾਰਾਂ ਵਿੱਚ ਛਪਦੀ ਜਾਣਕਾਰੀ ਵੀ ਤੁਹਾਨੂੰ ਬਹੁਤ ਕੁਝ ਚੰਗੇ ਸੁਨੇਹੇ ਦੇ ਰਹੀ ਹੈ, ਜਿਸ 'ਚੋਂ ਸਾਨੂੰ ਆਪਣੇ ਆਪ ਨੂੰ ਵਿਗਿਆਨਕ ਢੰਗ ਨਾਲ ਜਿਉਣ ਦੀ ਜਾਚ ਆਉਂਦੀ ਹੈ। ਅਸੀਂ ਸਾਰੇ ਸੰਚਾਰ ਮਾਧਿਅਮ ਵਰਤਦੇ ਹੋਏ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦੇ ਗੁਲਾਮ ਨਾ ਹੋਈਏ, ਸਗੋਂ ਅਸੀਂ ਪੂਰੀ ਸ਼ਕਤੀ ਨਾਲ ਆਪਣੇ ਆਪ ਨੂੰ ਇਸ ਨਵੀਂ ਚੁਣੌਤੀ ਦੇ ਰੂਬਰੂ ਕਰੀਏ। ਸਮੁੱਚਾ ਵਿਸ਼ਵ ਇਸ ਵੇਲੇ ਜਾਣਦਾ ਕਿ ਸਾਡੀ ਅੰਦਰੂਨੀ ਸ਼ਕਤੀ ਜਿਹੜੀ ਖਾਸ ਕਰਕੇ ਹੈਗੀ ਹੈ, ਮਨ ਦੀ ਸ਼ਕਤੀ ਜਿਹੜੀ ਹੈ, ਉਹ ਇਸ ਸੰਕਟ ਤੋਂ ਉੱਭਰਨ ਵਾਸਤੇ ਸਭ ਤੋਂ ਵੱਧ ਮਦਦਗਾਰ ਸਾਬਤ ਹੋ ਸਕਦੀ ਹੈ। ਸੋ ਅਸੀਂ ਕਮਜ਼ੋਰੀ ਨਹੀਂ ਦਿਖਾਉਣੀ। ਪੰਜਾਬੀ ਹਾਂ, ਬਹਾਦਰ ਹਾਂ, ਸੂਰਮੇ ਹਾਂ, ਪਰ ਸੰਕਟ ਦੀ ਘੜੀ ਡੋਲ ਜਾਂਦੇ ਹਾਂ ਕਈ ਵਾਰ। ਨਹੀਂ ਡੋਲਣਾ, ਬਿਲਕੁਲ ਨਹੀਂ ਡੋਲਣਾ। ਜੇ ਡੋਲ ਗਏ ਤਾਂ ਕੋਈ ਵੀ ਰੋਗ, ਕੋਈ ਵਾਇਰਸ ਤੁਹਾਨੂੰ, ਈਵਨ ਭੈ ਦਾ ਵਾਇਰਸ ਵੀ, ਜਿਹੜਾ ਡਰ ਦਾ ਵਾਇਰਸ ਹੈ, ਉਹ ਵੀ ਤੁਹਾਡੀ ਜਾਨ ਨੂੰ ਲੇਵਾ ਸਾਬਤ ਹੋ ਸਕਦਾ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ ਡਿਸਕਸ਼ਨਸ ਦੇ ਵਿੱਚ ਇਹ ਗੱਲ ਬੜੀ ਪ੍ਰਮੁੱਖਤਾ ਨਾਲ ਉਸਾਰੀ ਜਾ ਰਹੀ ਹੈ ਕਿ ਜਿਹੜਾ ਵਰਤਮਾਨ ਸੰਕਟ ਹੈ, ਖਾਸ ਕਰਕੇ ਕਰੋਨਾ ਵਾਇਰਸ ਨਾਲ ਸੰਬੰਧਿਤ, ਇਸ ਵਿੱਚ ਪ੍ਰਦੇਸੋਂ ਆਏ ਭਰਾਵਾਂ ਦਾ, ਭੈਣਾਂ ਦਾ ਬਹੁਤ ਵੱਡਾ ਹੱਥ ਹੈ। ਇਹ ਗੱਲ ਬਹੁਤੀ ਠੀਕ ਨਹੀਂ ਲੱਗਦੀ ਕਿ ਉਹਦਾ ਕਾਰਨ ਇਹ ਹੈ ਕਿ ਜਿਹੜੀ ਹੁਣ ਤੱਕ ਦੀ ਅੰਕੜਿਆਂ ਦੀ ਜ਼ਬਾਨ ਹੈ, ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਅੱਜ ਤੱਕ ਜਿਹੜੀਆਂ 4 ਮੌਤਾਂ ਹੋਈਆਂ ਨੇ, ਉਹਨਾਂ ਦੇ ਵਿੱਚ ਸਿਰਫ 2 ਸੱਜਣ ਪਿਆਰੇ ਨੇ ਜਿਹੜੇ ਪ੍ਰਦੇਸਾਂ 'ਚੋਂ ਆਏ ਸੀ। ਬਾਕੀ ਉਹਨਾਂ 'ਚੋਂ 2 ਜਿਹੜੇ ਨੇ ਉਹਨਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ, ਉਹ ਕਿਸੇ ਵੀ ਹੋਰ ਮੁਲਕ ਤੋਂ ਨਹੀਂ ਸੀ ਆਏ, ਸਗੋਂ ਪੰਜਾਬ ਦੇ ਵਿੱਚ ਹੀ ਇੱਕ ਲੁਧਿਆਣੇ ਤੋਂ ਔਰਤ ਸੀ ਔਰ ਦੂਸਰੀ ਹਸਤੀ ਜਿਹੜਾ ਸਾਡੇ ਤੋਂ ਨਿਕਲੀ ਹੈ, ਉਹ ਨਇਆ ਗਾঁव ਜ਼ਿਲ੍ਹਾ ਮੋਹਾਲੀ ਤੋਂ ਸੀ। ਇਹ ਗੱਲ ਕਿਸੇ ਤੋਂ ਵਿਸਰੀ ਨਹੀਂ ਕਿ ਇਹ ਜਿਹੜਾ ਸੰਕਟ ਹੈ, ਇਹ ਰੱਜਿਆਂ ਵਾਸਤੇ ਵੀ ਉਹੀ ਹੈ, ਭੁੱਖਿਆਂ ਵਾਸਤੇ ਵੀ ਉਹੀ, ਲਿੱਸਿਆਂ ਵਾਸਤੇ ਵੀ ਉਹੀ ਹੈ, ਸ਼ਹਿਰ ਲਈ ਵੀ ਉਹੀ ਹੈ, ਪਿੰਡ ਲਈ ਵੀ ਉਹੀ ਹੈ। ਸਿਰਫ ਇਸ ਵਿੱਚ ਜਿਹੜੀਆਂ ਹਕੂਮਤ ਵੱਲੋਂ ਦਿੱਤੀਆਂ ਸਾਨੂੰ ਕੁਝ ਨਿਰਦੇਸ਼ਨਾਵਾਂ ਨੇ, ਉਹਨਾਂ ਦਾ ਪਾਲਣ ਜੇ ਕਰੀਏ ਤਾਂ ਬਚਾਅ ਹੋ ਸਕਦਾ। ਕੁਝ ਸਾਨੂੰ ਆਪ ਵੀ ਸੁਚੇਤ ਰਹਿਣ ਦੀ ਲੋੜ ਹੈ। 31 ਮਾਰਚ ਸ਼ਾਮ ਤੱਕ ਜਿਹੜੇ ਸਾਡੇ ਕੋਲੇ ਕੁੱਲ ਜਿਹੜੇ ਕੇਸ ਰਿਪੋਰਟ ਹੋਏ ਪੰਜਾਬ ਦੇ ਵਿੱਚ, ਉਹਨਾਂ ਦੀ ਗਿਣਤੀ ਕੁੱਲ 1198 ਸੀ ਔਰ ਉਹਨਾਂ ਦੇ ਵਿੱਚੋਂ ਸਿਰਫ 41 ਸੈਂਪਲ ਐਸੇ ਨਿਕਲੇ ਜਿਹੜੇ ਪੋਜ਼ੀਟਿਵ ਨਿਕਲੇ, ਜਿਨ੍ਹਾਂ ਨੂੰ ਰੋਗ ਦੀ ਸ਼ਿਕਾਇਤ ਸੀ, ਔਰ ਉਹਨਾਂ 'ਚੋਂ 1009 ਬਿਲਕੁਲ ਨੈਗੇਟਿਵ ਨਿਕਲੇ ਔਰ 148 ਦਾ ਅਜੇ ਵੀ ਨਤੀਜਾ ਜਿਹੜਾ ਉਹ ਉਡੀਕਿਆ ਜਾ ਰਿਹਾ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਚੰਗੀ ਗੱਲ ਵੀ ਹੈ ਕਿ ਇਟਲੀ ਤੋਂ ਆਇਆ ਇੱਕ ਸਾਡਾ ਬਜ਼ੁਰਗ, ਉਹ ਬਿਲਕੁਲ ਠੀਕ ਠਾਕ ਹੋ ਗਿਆ, ਇੱਕ ਬੰਦਾ ਠੀਕ ਵੀ ਹੋਇਆ ਔਰ 36 ਦਾ ਇਲਾਜ ਚੱਲ ਰਿਹਾ। ਇਹ ਗੱਲ ਕਦੇ ਨਾ ਵਿਸਾਰੀਏ ਕਿ ਪ੍ਰਦੇਸੋਂ ਆਏ ਭਰਾਵਾਂ ਨੂੰ ਇਲਜ਼ਾਮ ਦੇਣਾ ਬੜਾ ਸੌਖਾ ਹੈ, ਪਰ ਇਹ ਕਿਉਂ ਭੁੱਲਦੇ ਆ ਕਿ ਉਹ ਆਪਣੀ ਧਰਤੀ ਤੇ ਆਏ ਨੇ, ਇੱਥੇ ਆਉਣ ਦਾ ਉਹਨਾਂ ਨੂੰ ਹੱਕ ਹੈ, ਕਾਨੂੰਨ ਆਏ ਨੇ, ਕੋਈ ਚੋਰੀ ਨਹੀਂ ਆਏ, ਛਿਪੇ ਨਹੀਂ ਆਏ, ਉਹ ਤੁਹਾਡਾ ਨੁਕਸਾਨ ਕਰਨ ਨਹੀਂ ਆਏ। ਜੇ ਹੁਣ ਤੱਕ ਪਿਛਲੀ ਪੂਰੀ ਇੱਕ ਸਦੀ ਫਾਇਦਾ ਕਰਨ ਆਉਂਦੇ ਸੀ ਤਾਂ ਇਹ ਰਾਤੋਂ ਰਾਤ ਤੁਹਾਡਾ ਨੁਕਸਾਨ ਕਰਨ ਲਈ ਨਹੀਂ ਆਏ। ਹਾਂ, ਵਾਇਰਸ ਜਿਹੜਾ ਉਸਨੇ ਇਹ ਨਹੀਂ ਵੇਖਣਾ ਹੁੰਦਾ ਕਿ ਪ੍ਰਦੇਸ਼ ਤੋਂ ਆਇਆ, ਦੇਸ਼ ਤੋਂ ਆਇਆ, ਉਹ ਕਿਸੇ ਤੇ ਵੀ ਹਮਲਾ ਕਰ ਸਕਦਾ। ਉਹਦੇ 'ਚ ਮੈਂ ਵੀ ਸ਼ਾਮਲ ਹੋ ਸਕਦਾ, ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਸੁਣਨ ਵਾਲਾ ਕੋਈ ਵੀ ਸ਼ਾਮਲ ਹੋ ਸਕਦਾ। ਜੇ ਜ਼ਿਲ੍ਹਿਆਂ ਦੀ ਵੱਖਰੀ ਵੱਖਰੀ ਸਥਿਤੀ ਵੇਖੀਏ ਤਾਂ ਨਵਾਂ ਸ਼ਹਿਰ ਸਭ ਤੋਂ ਵੱਧ ਕੇਸ ਨੇ, 19 ਗਿਣਤੀ ਦੱਸੀ ਗਈ ਹੈ, 1 ਮੌਤ ਹੋਈ ਹੈ ਜਿਹੜੀ, ਔਰ ਮੋਹਾਲੀ ਦੇ ਵਿੱਚ ਕੁੱਲ 7 ਕੇਸ ਨੇ ਜਿਨ੍ਹਾਂ 'ਚੋਂ 1 ਮੌਤ ਹੋਈ ਹੈ। ਹੁਸ਼ਿਆਰਪੁਰ ਦੇ ਵਿੱਚ 6 ਕੇਸ ਸੀ ਜਿਨ੍ਹਾਂ 'ਚੋਂ 1 ਬੰਦਾ ਠੀਕ ਹੋ ਗਿਆ ਅਤੇ 1 ਦੀ ਮੌਤ ਹੋ ਗਈ ਹੈ।
ਜਲੰਧਰ 'ਚ 5 ਕੇਸ ਸੀ, ਅੰਮ੍ਰਿਤਸਰ ਦੇ ਵਿੱਚ 1 ਕੇਸ ਸੀ, ਔਰ ਲੁਧਿਆਣਾ ਦੇ ਵਿੱਚ ਸਿਰਫ 2 ਕੇਸ ਨੇ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਹੈ, ਜਿਹੜੀ ਔਰਤ ਪਟਿਆਲੇ ਜਾ ਕੇ ਚੜ੍ਹਾਈ ਕਰ ਗਈ। ਪਰ ਕਿੰਨੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕੋਈ ਕੇਸ ਨਹੀਂ? ਮੈਂ ਤਾਂ ਕਹਿੰਦਾ ਇਹ ਇੱਕ ਸੁਭਾਗ ਹੈ ਕਿ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਕੇਸ ਨਹੀਂ। ਬਠਿੰਡਾ, ਫਰੀਦਕੋਟ, ਮੁਕਤਸਰ, ਮਾਨਸਾ ਬਚੇ ਹੋਏ ਨੇ, ਫਰੀਦਕੋਟ ਬਚਿਆ, ਬਰਨਾਲਾ ਬਚਿਆ, ਸੰਗਰੂਰ ਬਚਿਆ, ਇਸੇ ਤਰ੍ਹਾਂ ਨਾਲ ਹੀ ਗੁਰਦਾਸਪੁਰ ਬਚਿਆ। ਸ਼ੁਕਰ ਹੈ ਪਰਮਾਤਮਾ ਬਚਾਈ ਰੱਖੇ ਇਸੇ ਤਰ੍ਹਾਂ ਨਾਲ ਹੀ। ਪਰ ਇਹ ਗੱਲ ਜਿਹੜੇ ਬੰਦੇ ਪਿਆਰੇ, ਮਿੱਤਰ ਪਿਆਰੇ, ਬਿਨਾਂ ਕਿਸੇ ਜਾਣਕਾਰੀ ਤੋਂ ਇਹ ਗੱਲ ਉਸਾਰ ਰਹੇ ਨੇ ਕਿ NRIs ਦਾ ਬੜਾ ਵੱਡਾ ਯੋਗਦਾਨ ਹੈ, ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਦੇ ਨਾਲ ਇੱਕ ਤਾਂ ਕੋਡ ਦਾ ਪਸਾਰ ਹੁੰਦਾ, ਅਫਵਾਹਾਂ ਫੈਲਦੀਆਂ ਨੇ, ਔਰ ਨਾਲ ਦੀ ਨਾਲ ਇੱਕ ਸੋਸ਼ਲ ਫੈਬਰਿਕ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈ ਉਸ ਵਿੱਚ ਵੀ ਵਿਗਾੜ ਪੈਂਦਾ। ਸਰਕਾਰ ਨੇ, ਪੰਜਾਬ ਦੀ ਨੇ 14 ਅਪ੍ਰੈਲ ਤੱਕ ਕਰਫਿਊ ਆਏ ਇਸ ਵਾਸਤੇ ਨਹੀਂ ਕੀਤਾ ਕਿ ਤੁਹਾਨੂੰ ਦੁਖੀ ਕਰਨਾ, ਸਗੋਂ ਇਸ ਵਾਸਤੇ ਕੀਤਾ ਕਿ ਤੁਹਾਡੇ ਭਲੇ 'ਚ ਇਹ ਗੱਲ ਹੈ। ਜੇ ਅਸੀਂ ਕਰਫਿਊ ਪਾਸ ਬਣਵਾ ਕੇ ਸੜਕਾਂ ਤੇ ਟਹਿਲਦੇ ਫਿਰਦੇ ਹਾਂ, ਸਾਰੇ ਤੇ ਲੋੜਾਂ ਵਾਲੇ ਨਹੀਂ ਹੁੰਦੇ, ਸਾਰੇ ਤਾਂ ਸਮਾਨ ਲੈਣ ਨਹੀਂ ਜਾਂਦੇ, ਦੁਕਾਨਾਂ ਬੰਦ ਨੇ, ਸਮਾਨ ਕਿੱਥੋਂ ਲੈਣਾ? ਕਈ ਲੋਕ ਸ਼ੁਗਰ ਮੇਲਾ ਵੀ ਕਰਦੇ ਫਿਰਦੇ ਸੀ। ਇਹ ਨਹੀਂ ਕਰਨਾ ਚਾਹੀਦਾ, ਇਹ ਸਾਡੇ ਵਾਸਤੇ ਨੁਕਸਾਨਦੇਹ ਹੈ। ਔਰ ਇਸੇ ਕਰਕੇ ਹੁਣ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਕੰਮ ਕੀਤਾ ਕਿ ਜਿਹੜਾ ਵੀ ਤੁਰਿਆ ਫਿਰਦਾ ਬੰਦਾ ਜਿਹਦਾ ਤਸੱਲੀਯੋਗ ਜਵਾਬ ਨਹੀਂ, ਹਾਂ ਜੇ ਤੁਸੀਂ ਡਾਕਟਰ ਹੋ ਜਾਓ, ਜੇ ਤੁਸੀਂ ਮਰੀਜ਼ ਹੋ ਡਾਕਟਰ ਕੋਲ ਜਾ ਸਕਦੇ ਹੋ, ਪਾਸ ਦੀ ਵੀ ਲੋੜ ਨਹੀਂ, ਇਹੀ ਦੱਸਿਆ ਗਿਆ। ਜੋ ਜੇ ਤੁਸੀਂ ਉਂਝ ਹੀ ਸੜਕ ਤੇ ਟਹਿਲਦੇ ਫਿਰਦੇ ਹੋ ਤਾਂ ਭਾਈ ਫਿਰ ਤਾਂ ਵਰਦੀ ਵਾਲਿਆਂ ਨੇ ਤੁਹਾਨੂੰ ਓਪਨ ਜੇਲ੍ਹ 'ਚ ਪਾਉਣਾ ਹੀ ਪਾਉਣਾ, ਜਿਹੜੀਆਂ ਲੁਧਿਆਣੇ 'ਚ ਹੀ ਘੱਟੋ ਘੱਟ 4 ਬਣਾਈਆਂ ਗਈਆਂ ਨੇ। ਫਿਰ ਜੀ ਸ਼ਰਮਿੰਦਗੀ ਦਾ ਮੱਥਾ ਫੜਨਾ ਅਸੀਂ, ਤੇ ਉਸ ਤੋਂ ਪਹਿਲਾਂ ਹੀ ਹੈ ਕਿ ਸੁਧਰ ਜਾਈਏ। ਸਾਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ, ਸਾਡੇ ਭਲੇ 'ਚ ਵੀ ਇਹੀ ਹੈ। ਔਰ ਇਹ ਕੋਈ ਅਸੀਂ ਕਿਸੇ ਦਾ ਫਾਇਦਾ ਨਹੀਂ ਕਰ ਰਹੇ, ਆਪਣਾ ਫਾਇਦਾ ਕਰ ਰਹੇ ਹਾਂ। ਮਨੁੱਖੀ ਫਰਜ਼ ਵੀ ਇਹੀ ਹੈ। ਅੱਜ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਇਹ ਗੱਲ ਬੜੀ ਵੰਗਾਰ ਕੇ ਆਖੀ ਹੈ ਕਿ ਸਰਬੱਤ ਦਾ ਭਲਾ ਮੰਗਣਾ ਸਿਰਫ ਜੀਭ ਨਾਲ ਬੜਾ ਸੌਖਾ, ਪਰ ਨਿਭਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਕੰਟਰੀਬਿਊਟ ਕਰਨਾ ਚਾਹੀਦਾ, ਕਿਉਂਕਿ ਮਨੁੱਖਤਾ ਵਾਸਤੇ ਘਾਤਕ ਹਮਲਾ ਆ ਜਿਹੜਾ ਇੱਕ ਵਾਇਰਸ ਦਾ ਹਮਲਾ ਆ। ਇਸ ਦਾ ਪਿੱਛਾ ਕੀ ਹੈ ਉਹ ਗੱਲਾਂ ਹੌਲੀ ਹੌਲੀ ਇਤਿਹਾਸ ਸਾਨੂੰ ਫੋਲ ਕੇ ਦੱਸੇਗਾ। ਪਰ ਹਾਲ ਦੀ ਘੜੀ ਜਿਹੜਾ ਸੰਕਟ ਹੈ ਉਸ ਨੂੰ ਨਿਵਾਰਨ ਵਾਸਤੇ ਸਾਨੂੰ ਆਪੋ ਆਪਣੇ ਘਰਾਂ 'ਚ ਰਹਿਣਾ ਚਾਹੀਦਾ, ਆਪਣੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ। ਜਿਸ ਕਿਸਮ ਦੇ ਤੁਹਾਨੂੰ ਕੁਝ ਢੰਗ ਤਰੀਕੇ ਸਿਖਾਏ ਗਏ ਨੇ ਮਾਹਿਰਾਨ ਵੱਲੋਂ, ਉਹ ਸਾਨੂੰ ਨਿਭਾਉਣੇ ਚਾਹੀਦੇ ਨੇ। ਉਹ ਦੇਸ਼ ਕੋਈ ਵੀ ਹੋਵੇ, ਚਾਹੇ ਉਹ ਗਰੀਬ ਦੇਸ਼ ਹੈ, ਚਾਹੇ ਰੱਜਾ ਪੁੱਜਾ ਦੇਸ਼ ਹੈ, ਸਾਰਿਆਂ ਵਾਸਤੇ ਸੰਕਟ ਬਰਾਬਰ ਦਾ। ਇੱਕ ਕੰਮ ਤੁਸੀਂ ਜਿਹੜਾ ਘਰ ਬੈਠੇ ਕਰ ਸਕਦੇ ਹੋ, ਮੈਂ ਕੱਲ੍ਹ ਵੀ ਆਖੀ ਸੀ ਗੱਲ ਇਹ, ਹੁਣ ਵੀ ਇਹੀ ਕਹਾਂਗਾ ਕਿ ਜਿਹੜੇ ਤੁਹਾਡੇ ਪਰਿਵਾਰਕ ਚੁਗਿਰਦੇ ਦੇ ਵਿੱਚ ਤੁਹਾਨੂੰ ਸਹਿਯੋਗੀ ਹੁਣ ਤੱਕ ਲੋਕ ਰਹੇ ਨੇ, ਤੁਹਾਡੇ ਕੋਈ ਘਰ ਦਾ ਕੰਮ ਕਰਨ ਵਿੱਚ ਸਹਾਇਕ ਕੋਈ ਵੀ ਰਿਹਾ, ਉਸ ਦੀ ਜ਼ਰੂਰ ਮਦਦ ਕਰੋ। ਉਸ ਨੂੰ ਪੁੱਛੋ ਕਿ ਭਾਈ ਤੇਰੇ ਘਰ ਆਟਾ ਹੈ, ਸਬਜ਼ੀ ਹੈ, ਦਾਲ ਹੈ, ਚਾਹ ਪਾਣੀ ਜੋਗਾ ਤੇਰੇ ਕੋਲ ਸਮਾਨ ਹੈ, ਗੈਸ ਸਿਲੰਡਰ ਹੈ, ਜੇ ਚੁੱਲ੍ਹਾ ਚੌਂਕਾ ਤੇਰਾ ਤਪਦਾ, ਜੇ ਨਹੀਂ ਤਪਦਾ ਤਾਂ ਤੁਹਾਡਾ ਫਰਜ਼ ਬਣਦਾ ਹੋਰ ਦਸਵੰਧ ਤੁਸੀਂ ਕਦੋਂ ਕੱਢਣਾ? ਇਹੀ ਦਸਵੰਧ ਕੱਢਣ ਦਾ ਵਕਤ ਹੈ। ਅਸੀਂ ਦੁੱਖ ਸੁੱਖ ਦੇ ਭਾਈਵਾਲੀ ਇੰਨੀ ਕੁ ਵਧਾ ਰਹੀ ਹੈ ਕਿ ਘੱਟੋ ਘੱਟ ਇੱਕ ਇੱਕ ਟੱਬਰ, ਇੱਕ ਇੱਕ ਸਾਥੀ ਸਹਿਯੋਗੀ ਨੂੰ ਵੀ ਜੇ ਸਹਿਯੋਗ ਦੇ ਕੇ ਉਸ ਦੇ ਦੁੱਖ ਨਿਵਾਰਨ ਵਾਸਤੇ ਮਦਦ ਕਰ ਸਕੇ ਤਾਂ ਅਸੀਂ ਥੋੜ੍ਹੇ ਨਹੀਂ ਹਾਂ, ਵੀ ਆਰ ਮੈਨੀ। ਸਾਨੂੰ ਤਕੜੇ ਹੋਣਾ ਚਾਹੀਦਾ ਔਰ ਆਪਣੇ ਅੰਦਰਲੇ ਆਤਮ ਬਲ ਨੂੰ ਮਜ਼ਬੂਤ ਕਰਕੇ ਹੀ ਇਸ ਸੰਕਟ ਦੀ ਘੜੀ ਦੇ ਵਿੱਚ ਮਰਦਾਨਗੀ ਦਾ ਸਬੂਤ ਦੇਣਾ ਚਾਹੀਦਾ। ਇੱਕ ਦੂਸਰੇ ਨਾਲ ਕੈਰੀਆਂ ਨਜ਼ਰਾਂ ਨਾਲ ਵੇਖਣਾ, ਸ਼ੱਕ ਦੀ ਨਿਗਾਹ ਨਾਲ ਵੇਖਣਾ, ਇਹ ਸਾਡੀ ਫਿਤਰਤ ਨਹੀਂ। ਅਸੀਂ ਇਨਸਾਨ ਹਾਂ, ਇਨਸਾਨੀ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਇਨਸਾਨੀਅਤ 'ਤੇ ਆਏ ਕਸ਼ਟ ਨੂੰ ਰਲ ਮਿਲ ਕੇ ਨਿਵਾਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।